ਮਨਜੀਤ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਇਹ ਬੇਭਰੋਸਗੀ ਕਿਉਂ ਹੈ। ਦੇਖੋ, ਇੱਕ ਪਾਸੇ ਸਟੇਟਮੈਂਟ ਦਿੱਤੀ ਗਈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ, ਉੱਥੇ ਜਿਸ ਦੇ ਵਿੱਚ ਉਹ ਜ਼ਿਕਰ ਕਰ ਦਿੰਦੇ ਨੇ ਕਿ ਭਾਰਤੀ ਏਜੰਸੀਆਂ ਦਾ ਜਾਂ ਭਾਰਤ ਸਰਕਾਰ ਦਾ ਹੱਥ ਹੈ। ਉਸ ਨੂੰ ਡਿਨਾਈ ਕਰਦੀ ਹੈ ਭਾਰਤ ਦੀ ਗਵਰਨਮੈਂਟ। ਇਨਫੈਕਟ ਜਿਹੜੇ ਐਮਈ ਦੇ ਸਪੋਕਸਪਰਸਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਟੋਟਲੀ ਸਿਰੇ ਤੋਂ ਉਸ ਨੂੰ ਖਾਰਿਜ ਕਰ ਗਏ। ਤੇ ਬੇਭਰੋਸਗੀ ਕਿਉਂ ਹੈ ਜਦੋਂ ਭਾਰਤ ਸਰਕਾਰ ਨੇ ਬਹੁਤ ਕਲੀਅਰ ਕੱਟ ਕਹਿ ਦਿੱਤਾ ਕਿ ਨਹੀਂ, ਇਹ ਇਸ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਮਨਜੀਤ ਸਿੰਘ ਜੀ। ਹਾਂਜੀ, ਆਵਾਜ਼ ਆ ਰਹੀ ਜੀ ਮੇਰੀ? ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਰ। ਮੇਰਾ ਸਵਾਲ ਜੇਕਰ ਤੁਹਾਡੇ ਤੱਕ ਪਹੁੰਚਿਆ ਹੋਵੇ ਤਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ, ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਖਦਸ਼ਾ ਜ਼ਾਹਰ ਕੀਤਾ ਹੈ ਉਹ 100% ਸੱਚਾ ਹੈ। ਕਿਉਂਕਿ ਜਦੋਂ ਵੀ ਕੋਈ ਹਿੰਦੁਸਤਾਨ ਦੇ ਵਿੱਚ ਚਾਹੇ ਬਾਹਰ ਕੋਈ ਘਟਨਾ ਵਾਪਰਦੀ ਹੈ ਤੇ ਉਦੋਂ ਅਸੀਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ ਟਾਰਗੇਟ ਕਰ ਦਿੰਦੇ ਆ। ਔਰ ਇਸੇ ਤਰ੍ਹਾਂ ਦਾ ਨੈਰੇਟਿਵ ਜਿਹੜਾ ਇੰਦਰਾ ਗਾਂਧੀ ਨੇ ਹਿੰਦੁਸਤਾਨ ਦੀ ਧਰਤੀ ਤੇ ਸਿਰਜਿਆ ਸੀਗਾ, ਜਿਹੜਾ ਐਸਾ ਜਾਲ ਉਹਨਾਂ ਨੇ ਬੁਣਿਆ, ਉਸ ਜਾਲ ਦੇ ਵਿੱਚ ਸੀਗਾ ਨੁਕਸਾਨ ਤਾਂ ਪੰਜਾਬ ਦਾ ਵੀ ਬੜਾ ਹੋਇਆ ਔਰ ਸਾਡਾ ਵੀ ਹੋਇਆ। ਸਾਨੂੰ ਜੇਲ੍ਹਾਂ ਵੀ 5-5, 7-7 ਸਾਲ ਕੱਟਣੀਆਂ ਪਈਆਂ, ਜੋਧਪੁਰ ਵਰਗੀਆਂ ਜੇਲ੍ਹਾਂ ਜੀ। ਲੇਕਿਨ ਉਹ ਜਿਹੜਾ ਉਹਨੇ ਜਾਲ ਬੁਣਿਆ ਸੀ, ਉਸ ਜਾਲ ਦੇ ਵਿੱਚ, ਮੱਕੜ ਜਾਲ ਦੇ ਵਿੱਚ ਉਹ ਖੁਦ ਵੀ ਫਸ ਗਏ। ਸਿਰਫ ਰੌਲਾ ਵੋਟਾਂ ਦਾ ਸੀ ਪੰਜਾਬ ਵਿੱਚ ਕਿ ਜਿਹੜੀ ਬਹੁ ਗਿਣਤੀ ਉਹਦੀਆਂ ਵੋਟਾਂ ਵਟੋਰਨ ਵਾਸਤੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਪੰਜਾਬੀਆਂ ਨੂੰ ਟਾਰਗੇਟ ਕੀਤਾ ਗਿਆ। ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਜੰਗੇ ਆਜ਼ਾਦੀ ਦੀ ਲੜਾਈ ਸੀ ਜੀ, ਉਦੋਂ ਤਾਂ ਪੰਜਾਬੀ ਸਭ ਤੋਂ ਅੱਗੇ ਹੋ ਕੇ ਫਾਂਸੀ ਦੇ ਫੰਦਿਆਂ ਨੂੰ ਚੁੰਮਣ, ਜੇਲਾਂ ਕੱਟਣ, ਘਰੋਂ ਬਘਾਰ ਹੋਣ। ਔਰ ਜੇ 65 ਦੀ ਜੰਗ ਆਵੇ, 71 ਦੀ ਆਵੇ, ਚਾਹੇ ਇੱਧਰ ਚਾਈਨਾ ਨਾਲ ਜੰਗ ਕੋਈ ਆਵੇ, ਤੇ ਸਭ ਤੋਂ ਪਹਿਲਾਂ ਕੁਰਬਾਨੀ ਅਸੀਂ ਕਰੀਏ। ਪਹਿਲਾਂ ਤਾਂ ਆਜ਼ਾਦੀ ਦਵਾਈਏ ਔਰ ਜੇ ਫਿਰ ਆਜ਼ਾਦੀ ਦੀ ਰੱਖਿਆ ਵਾਸਤੇ ਸ਼ਹੀਦੀਆਂ ਦਈਏ। ਔਰ ਹੁਣ ਵੀ ਆ ਲੇਹ ਲਦਾਖ ਵਿੱਚ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਪੰਜਾਬੀ ਜਿਹੜਾ ਉਹਦੀ ਲਾਸ਼ ਜਿਹੜੀ ਹੈ ਉਹ ਇੱਥੇ ਮਾਵਾਂ ਕੋਲੇ ਆ ਜਾਂਦੀ, ਉਹ ਵਿਚਾਰੀਆਂ ਰੋਟੀਆਂ ਕੱਟੀਆਂ ਕਰ ਲਾਉਂਦੀਆਂ। ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਸਾਨੂੰ ਸਾਰੀ ਕਮਿਊਨਿਟੀ ਨੂੰ, ਹੋ ਸਕਦਾ ਕਿਸੇ ਦਾ ਕੋਈ ਕਸੂਰ ਵੀ ਹੋਵੇ, ਕੋਈ ਕਾਨੂੰਨ ਦੇ ਅਨੁਸਾਰ ਜਿਹੜਾ ਨਹੀਂ ਚੰਗਾ ਲੱਗਦਾ, ਹੋ ਸਕਦਾ ਹੈ ਕਿ ਹੋਵੇ, ਪਰ ਕਦੇ ਇਹ ਹੋ ਸਕਦਾ ਹੈ ਇਹੋ ਜਿਹਾ ਜਾਲ ਜਿਹੜਾ ਹੈ ਨਾ, ਹੁਣ ਭਾਰਤੀ ਜਨਤਾ ਪਾਰਟੀ ਬੁਣ ਰਹੀ ਹੈ, ਹੁਣ ਫਿਰ ਇਲੈਕਸ਼ਨ ਆ ਗਈ ਹੈ ਜੀ, ਔਰ ਉਹ ਹਿੰਦੂ ਬਹੁ ਗਿਣਤੀ ਦੀਆਂ ਵੋਟਾਂ ਜਿਹੜੀਆਂ ਵਟੋਰਨ ਵਾਸਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਅਫਸੋਸ ਆ। ਮੈਂ ਵਿਚਾਲੇ ਰੋਕ ਰਿਹਾ ਸਰ ਤੁਹਾਨੂੰ। ਦੇਖੋ, ਮੈਂ ਚਰਚਾ ਨੂੰ ਅੱਗੇ ਵਧਾਵਾਂ, ਤੁਸੀਂ ਇੱਕ ਗੱਲ ਕਲੀਅਰ ਕਰੋ। ਮੇਰੀ ਬੇਨਤੀ ਸੁਣੋ। ਨਹੀਂ, ਤੁਸੀਂ ਆਪਣੀ ਗੱਲ ਕਲੀਅਰ ਕਰ ਦਿਓ ਸਰ। ਮੈਂ ਬਹੁਤ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛ ਰਿਹਾ ਹਾਂ। ਕਿਵੇਂ ਤੁਹਾਨੂੰ ਲੱਗ ਰਿਹਾ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ? ਤੁਸੀਂ ਇੱਕ ਵੱਖਵਾਦੀ ਜਾਂ ਜਿਹੜੇ ਦੇਸ਼ ਤੋੜਨ ਵਾਲੇ ਲੋਕ ਨੇ, ਉਹਨਾਂ ਨੂੰ ਕਿਸੇ ਰਿਲੀਜਨ ਦੇ ਨਾਲ ਸਿੱਧੇ ਤੌਰ ਦੇ ਉੱਤੇ ਕਿਉਂ ਜੋੜ ਰਹੇ? ਬਿਲਕੁਲ ਸਰ। ਫਿਰ ਕਿਉਂ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਸਾਡੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ? ਜੇ ਕੋਈ 2-4 ਬੰਦੇ ਕੋਈ ਗੱਲ ਕਰਦੇ ਆ, ਕੋਈ ਵੱਖਵਾਦੀ ਜਾਂ ਦੂਸਰੇ ਦੀ ਕਰਦੇ ਆ, ਤੇ ਉਹਦੇ ਨਾਲ ਸਾਰੀ ਕਮਿਊਨਿਟੀ ਅਸੀਂ ਸਾਰੇ ਜਿਹੜੇ ਆ ਉਹ ਸਾਡੀ ਦੇਸ਼ ਭਗਤੀ ਤੇ ਫਿਰ ਉਹ ਸਾਰੇ ਤੇ ਸਾਡੀ ਕੁਰਬਾਨੀਆਂ ਤੇ ਪਾਣੀ ਫਿਰ ਗਿਆ, ਸਾਰੇ ਸਾਡੀਆਂ ਸ਼ਹੀਦੀਆਂ ਤੇ ਪਾਣੀ ਫਿਰ ਗਿਆ। ਅਸੀਂ ਹਿੰਦੁਸਤਾਨ ਦੀ ਆਜ਼ਾਦੀ ਲਈ ਕੁਛ ਨਹੀਂ ਕੀਤਾ, ਅਸੀਂ ਤਾਂ ਸਭ ਕੁਛ ਕੀਤਾ। ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਮੇਰੀ ਥੋੜੀ ਜਿਹੀ ਬੇਨਤੀ ਸੁਣ ਲਓ। ਹਿੰਦੁਸਤਾਨ ਦੀ ਪਾਰਲੀਮੈਂਟ 'ਚ ਮੋਦੀ ਸਾਹਿਬ ਕੋਈ ਬਿਆਨ ਦੇਣ, ਸਾਨੂੰ ਸੱਚਾ ਮੰਨਣਾ ਚਾਹੀਦਾ। ਅਸੀਂ ਹਿੰਦੁਸਤਾਨ ਦੇ ਵਸਿੰਦੇ ਆ। ਹਿੰਦੁਸਤਾਨ 'ਚ ਇਕੱਲੇ ਆਪਣੇ ਹਿੰਦੂ ਨਹੀਂ ਵੀ ਰਹਿੰਦੇ, ਸਾਡੇ ਭਰਾ ਨੇ। ਲੇਕਿਨ ਇੱਥੇ ਮੁਸਲਮਾਨ ਰਹਿੰਦੇ ਆ, ਸਾਈ ਰਹਿੰਦੇ ਆ, ਪਾਰਸੀ ਰਹਿੰਦੇ ਆ, ਬੋਧੀ ਰਹਿੰਦੇ ਆ। ਇੱਕ ਗੁਲਦਸਤਾ ਅਸੀਂ ਚਲੋ ਜੀ ਕਰਦਾ ਸਾਡਾ ਮੀਡੀਆ ਜਿਹੜਾ ਹੈ, ਇਹ ਵੀ ਮੈਂ ਸਮਝਦਾ ਹੈ ਕਿ ਗੋਦੀ ਮੀਡੀਆ, ਇਹ ਵੀ ਸਾਨੂੰ ਉਸੇ ਵੇਲੇ 5 ਮਿੰਟਾਂ ਸਾਰੀ ਦੁਨੀਆ 'ਚ ਸਾਨੂੰ ਬਦਨਾਮ ਕਰ ਦਿੰਦਾ, ਸਾਡਾ ਚਿਹਰਾ ਮੋਹਰਾ ਬਦਨਾਮ ਕਰਦਾ, ਕੂੜ ਪ੍ਰਚਾਰ ਕੀਤਾ ਜਾਂਦਾ। ਮੈਂ ਕਹਿਣਾ ਚਾਹੁੰਦਾ ਕੂੜ ਪ੍ਰਚਾਰ ਬੰਦ ਕਰੋ। ਜੇ ਟਰੂਡੋ ਨੇ ਉੱਥੇ ਗੱਲ ਕੀਤੀ ਆਪਣੀ ਪਾਰਲੀਮੈਂਟ 'ਚ, ਕੋਈ ਝੂਠ ਬੋਲਦਾ ਮਤਲਬ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ, ਔਰ ਜੇ ਇਹਨਾਂ ਨੇ ਕਰਵਾਇਆ ਤੇ ਕਹਿਣ ਹੀ ਕਰਵਾਇਆ, ਜਵਾਬ ਦੇਣ ਉਹਨਾਂ ਨੂੰ, ਨਹੀਂ ਕਰਵਾਇਆ ਤੇ ਜਵਾਬ ਦੇਣ। ਕਿਵੇਂ ਜਵਾਬ ਦੇਣ ਸਰ? ਕਿਵੇਂ ਜਵਾਬ ਦੇਣ? ਬਣਾਉਣ ਕੈਨੇਡਾ ਦੇ ਨਾਲ। ਨਹੀਂ ਮਨਜੀਤ ਜੀ, ਕਿਵੇਂ ਜਵਾਬ ਦੇਣ? ਤੁਹਾਨੂੰ ਲੱਗਦਾ ਕਿ ਸਾਡੇ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਬੋਲਣ? ਉੱਥੇ ਇਕੱਲੇ ਪੰਜਾਬੀ ਨਹੀਂ ਰਹਿ ਰਹੇ। ਸਾਡਾ ਪ੍ਰਧਾਨ ਮੰਤਰੀ ਕਦੇ ਵੀ ਮੋਦੀ ਹੋਣੀ ਪਾਰਲੀਮੈਂਟ ਵਿੱਚ ਝੂਠ ਨਹੀਂ ਬੋਲ ਸਕਦੇ, ਕਿਉਂਕਿ ਬਹੁਤ ਵੱਡਾ ਰੁਤਬਾ।
ਔਰ ਕਦੇ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਉੱਥੇ ਝੂਠ ਬੋਲ ਸਕਦਾ ਹੈ? ਬੜਾ ਯਕੀਨ ਹੈ ਸਰ ਤੁਹਾਨੂੰ ਟਰੂਡੋ ਦੇ ਉੱਤੇ। ਇਹਦੇ ਵਿੱਚ ਪੰਜਾਬੀ ਵੀ ਉਧਰ ਗਏ ਆ, ਮੇਰੀ ਬੇਨਤੀ ਸੁਣੋ, ਪੰਜਾਬੀ ਵੀ ਸਾਰੇ ਉਧਰ ਗਏ ਆ, ਹਿੰਦੁਸਤਾਨ ਚੋਂ ਵੀ ਬੰਦੇ ਉਧਰ ਸਾਰੇ ਗਏ ਆ ਜੀ, ਮੁਸਲਮਾਨ ਵੀ ਉਧਰ ਗਏ ਆ, ਹਿੰਦੂ ਵੀਰ ਵੀ ਗਏ ਆ, ਔਰ ਸਾਰੇ ਲੋਕਾਂ ਦੀਆਂ ਕੋਈ ਵੀ ਬਿਮਾਰੀ ਨਾਲ ਮਰ ਰਿਹਾ ਹੈ। ਕਿਸੇ ਨੇ ਪੰਜਾਬ ਚ ਆਉਣਾ, ਕਿਸੇ ਨੇ ਹਿੰਦੁਸਤਾਨ ਚ ਆਉਣਾ। ਆਪਾਂ ਇੱਥੇ ਪਾਬੰਦੀਆਂ ਲਾ ਕੇ ਬਹਿ ਗਏ ਆ ਔਰ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਕਰੀ ਜਾਂਦੇ ਆ। ਕਿਉਂ ਨਹੀਂ ਬਹਿ ਕੇ ਗੱਲ ਨੂੰ ਸਾਰੀ ਨੂੰ ਆਪਾਂ ਮਸਲੇ ਨੂੰ ਹੱਲ ਕਰਦੇ ਜੀ? ਕਿਉਂ? ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਸਾਰੇ ਮਹਿਮਾਨਾਂ ਦਾ ਰੁਖ ਕਰ ਲਵਾਂ ਆਪਣੀ ਦਸਾਂ ਨੂੰ ਕੀ ਖਤਰਾ ਜੀ। ਮੈਂ ਪਲੀਜ਼ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਗੱਲ ਨਹੀਂ ਸਮਝ ਪਾਇਆ ਭਾਈ ਮਨਜੀਤ ਸਿੰਘ ਜੀ, ਕਿ ਕਿਵੇਂ ਤੁਹਾਨੂੰ ਲੱਗ ਰਿਹਾ ਕਿ ਪੂਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ? ਮੈਂ ਉੱਥੇ ਥੋੜਾ ਜਿਹਾ ਕਨਫਿਊਜ਼ਨ ਜ਼ਰੂਰ ਹੈ ਕਿ ਜੇਕਰ ਵੱਖਵਾਦੀਆਂ ਦਾ ਨਾਮ ਲਿਆ ਜਾਂਦਾ ਹੈ, ਵੱਖਵਾਦੀ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੋ ਸਕਦੇ ਨੇ ਨਾ, ਫਿਰ ਤੁਹਾਨੂੰ ਕਿਉਂ ਲੱਗਦਾ ਕਿ ਸਿਰਫ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ? ਮੈਂ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗਾ। ਇੱਕ ਵਾਰ ਮੈਂ ਸਾਰਿਆਂ ਦਾ ਰੁਖ ਕਰ ਲਵਾਂ। ਸਾਡੇ ਨਾਲ ਅਮਿਤ ਅਰੋੜਾ ਜੀ ਨੇ, ਦੀਵਾਨ ਅਮਿਤ ਅਰੋੜਾ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਅਮਿਤ ਅਰੋੜਾ ਜੀ, ਦੇਖੋ ਇਹ ਦੋ ਚੀਜ਼ਾਂ ਸਿੱਧੀਆਂ ਜੋ ਐਸਜੀਪੀਸੀ ਦੀ ਗੱਲ ਤੋਂ ਮੈਨੂੰ ਸਮਝ ਆ ਰਿਹਾ, ਜੋ ਐਸਜੀਪੀਸੀ ਦੇ ਨੁਮਾਇੰਦੇ ਬੈਠੇ ਨੇ। ਪੁਆਇੰਟ ਨੰਬਰ 1 ਕਹਿੰਦੇ, ਇੱਕ ਤਾਂ ਜਦੋਂ ਪ੍ਰਧਾਨ ਮੰਤਰੀ ਕਿਸੇ ਪਾਰਲੀਮੈਂਟ ਦੇ ਵਿੱਚ ਬੋਲਦਾ, ਬਹੁਤ ਸੋਲਿਡ ਗੱਲ ਹੁੰਦੀ ਹੈ, ਉਹ ਬਹੁਤ ਵਜ਼ਨਦਾਰ ਹੁੰਦੀ ਹੈ, ਉਸ ਤਰੀਕੇ ਨਾਲ ਸਾਡੇ ਦੇਸ਼ ਦੇ ਵੱਲੋਂ ਡਿਨਾਈ ਨਹੀਂ ਕੀਤਾ ਗਿਆ। ਪੁਆਇੰਟ ਨੰਬਰ 2 ਬੀਜੇਪੀ ਨੂੰ ਸਿੱਧਾ ਸਵਾਲ ਇਸ ਕਰਕੇ। ਦੂਜੀ ਗੱਲ ਇਹ ਕਿ ਤੁਸੀਂ ਸਿੱਖਾਂ ਨੂੰ ਟਾਰਗੇਟ ਕਰ ਰਹੇ ਹੋ ਦੇਸ਼ ਦੇ ਵਿੱਚ ਵੀ, ਵਰਲਡ ਵਾਈਡ ਵੀ, ਔਰ ਇਹ ਟਾਰਗੇਟ ਕਰਨਾ ਗਲਤ ਹੈ, ਲਾਜ਼ਮੀ ਤੌਰ ਤੇ ਗਲਤ ਹੈ। ਇਸ ਨੂੰ ਲੈ ਕੇ ਵੀ ਤੁਸੀਂ ਆਪਣਾ ਬਿਆਨ ਦਿਓ। ਦੇਖੋ ਇਸ ਤਰ੍ਹਾਂ ਗੌਰਵ ਜੀ, ਕਿ ਇਹ ਕਹਿ ਰਹੇ ਆ ਕਿ ਸਿੱਖਾਂ ਨੂੰ ਟਾਰਗੇਟ ਕਰ ਰਹੇ। ਉਹ ਭਾਈ, ਜੋ ਕੰਮ ਮੋਦੀ ਸਰਕਾਰ, ਜੋ ਕੰਮ ਬੀਜੇਪੀ ਸਿੱਖਾਂ ਦੇ ਵਾਸਤੇ ਕਰ ਰਹੀ ਹੈ ਜੀ, ਸਿੱਖਾਂ ਦੇ ਲਈ ਕਰ ਰਹੀ ਹੈ, ਉਹ ਪਹਿਲੀਆਂ ਸਰਕਾਰਾਂ ਦੇ ਕਿਤੇ ਵੀ ਕੋਈ ਮਿਸਾਲ ਨਹੀਂ ਮਿਲੀ ਅੱਜ ਤੱਕ ਜੋ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿੱਖਾਂ ਵਾਸਤੇ ਕੀਤਾ। ਤੋਂ ਗੱਲ ਇਹ ਹੈ ਕਿ ਕਿੰਨਾ ਚੰਗਾ ਹੁੰਦਾ ਇਹ ਐਸਜੀਪੀਸੀ ਆਪਣੇ ਆਪ ਨੂੰ ਆਈਸੋਲੇਟ ਕਰ ਰਹੀ ਹੈ। ਦੇਖੋ, ਕੈਨੇਡਾ ਦੇ ਜਿਹੜੇ ਓਪੋਜੀਸ਼ਨ ਲੀਡਰ ਹੈ ਪਾਰਲੀਮੈਂਟ ਦੇ, ਉਹਨਾਂ ਨੇ ਕਿਹਾ ਐਵੀਡੈਂਸ ਮੰਗੇ ਉੱਥੋਂ ਦੇ ਪ੍ਰਧਾਨ ਮੰਤਰੀ ਟਰੂਡੋ ਕੋਲੋਂ ਜੀ, ਔਰ ਉੱਥੋਂ ਦੇ ਪ੍ਰਧਾਨ ਮੰਤਰੀ ਅਜੇ ਤੱਕ ਐਵੀਡੈਂਸ ਨਹੀਂ ਦੇ ਪਾਏ। ਫਾਈਵ ਆਈਜ਼, ਅਮਰੀਕਾ, ਬ੍ਰਿਟੇਨ, ਯੂਕੇ, ਇਹਨਾਂ ਸਾਰਿਆਂ ਨੇ ਉਹਨਾਂ ਕੋਲ ਐਵੀਡੈਂਸ ਮੰਗੇ, ਲੇਕਿਨ ਅਜੇ ਤੱਕ ਉਹ ਐਵੀਡੈਂਸ ਨਹੀਂ ਦੇ ਪਾਏ, ਔਰ ਨਾ ਹੀ ਭਾਰਤ ਸਰਕਾਰ ਨੂੰ ਦੇ ਪਾਏ। ਕਿੰਨਾ ਚੰਗਾ ਹੁੰਦਾ ਐਸਜੀਪੀਸੀ ਜੇ ਇਹ ਮਤਾ ਅੱਜ ਪਾਸ ਕਰਦੀ। ਜੇ ਭਾਈਚਾਰਾ ਚਾਹੁੰਦੇ ਆ ਤਾਂ ਜਿਹੜੀ ਗੱਲ ਪੰਨੂ ਨੇ ਕਹੀ ਹੈ ਕਿ ਹਿੰਦੂ ਸਾਰੇ ਕੈਨੇਡਾ ਛੱਡ ਕੇ ਚਲੇ ਜਾਣ, ਇਹਨਾਂ ਨੂੰ ਚਾਹੀਦਾ ਸੀ ਐਸਜੀਪੀਸੀ ਨੂੰ ਮਤਾ ਪਾਸ ਕਰਨਾ ਕਿ ਪੰਨੂ ਦੇ ਖਿਲਾਫ, ਕਿ ਪੰਨੂ ਨੇ ਜਿਹੜੀ ਗੱਲ ਹਿੰਦੂਆਂ ਨੂੰ ਕੈਨੇਡਾ ਤੋਂ ਕੱਢਣ ਦੀ ਕਹੀ ਹੈ, ਉਹ ਗੱਲ ਗਲਤ ਹੈ। ਦੇਖੋ, ਗੱਲ ਇਹ ਹੈ, ਤੁਸੀਂ ਇਹਨੂੰ ਪੋਲਿਟਿਕਸ ਕਹਿੰਦੇ ਹੋ, ਤੁਸੀਂ ਇਹਨੂੰ ਕਹਿੰਦੇ ਹੋ ਵੋਟਾਂ ਦੀ ਰਾਜਨੀਤੀ। ਭਾਈ, ਵੋਟਾਂ ਦੀ ਰਾਜਨੀਤੀ ਤੁਸੀਂ ਵੀ ਖੇਡ ਲਓ, ਹਿੰਦੂ ਆਪਣੇ ਨਾਲ ਜੋੜੋ। ਤੁਸੀਂ ਕਿਉਂ ਨਹੀਂ ਨਿਖੇਧੀ ਕੀਤੀ ਜਿਹੜੀ ਗੱਲ ਉੱਥੇ ਪੰਨੂ ਨੇ ਕਹੀ? ਤੁਹਾਨੂੰ ਅੱਜ ਮਤਾ ਪਾਸ ਕਰਨਾ ਚਾਹੀਦਾ ਸੀ। ਔਰ ਬੜਾ ਸ਼ਰਮ ਦੀ ਗੱਲ ਹੈ ਕਿ ਐਸਜੀਪੀਸੀ ਜਿਹੜੀ ਹੈ ਅੱਜ ਆਰੋਪ ਜਿਹੜਾ ਵਾ ਬੀਜੇਪੀ ਤੇ ਲਗਾ ਰਹੀ ਹੈ। ਤੁਹਾਨੂੰ ਮਤਾ ਪਾਸ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਕਰਨਾ ਚਾਹੀਦਾ ਸੀ। ਸਿੱਖਾਂ ਨੂੰ ਬਦਨਾਮ ਕੌਣ ਕਰ ਰਿਹਾ? ਗੁਰਪਤਵੰਤ ਸਿੰਘ ਪੰਨੂ ਕਰ ਰਿਹਾ। ਔਰ ਗੁਰਪਤਵੰਤ ਸਿੰਘ ਪੰਨੂ ਤੇ ਆਰੋਪ ਸੀ ਰਿਪੂ ਦਮਨ ਸਿੰਘ ਮਲਿਕ, ਜਿੰਦੇ ਤੇ ਆਰੋਪ ਹੈਗੇ ਸੀ ਕਨਿਸ਼ਕ ਵਿਮਾਨ ਨੂੰ ਮਤਲਬ ਕਿ ਤੋੜਨ ਦੇ। ਕਨਿਸ਼ਕ ਵਿਮਾਨ ਹਾਦਸੇ ਦੇ ਵਿੱਚ ਜਿੰਦਾ ਨਾਮ ਆਇਆ ਸੀ ਰਿਪੂ ਦਮਨ ਸਿੰਘ ਮਲਿਕ ਨੂੰ ਮਾਰਨ ਦੇ ਵਿੱਚ ਇਹਦਾ ਹੱਥ ਸੀ ਨਿੱਜਰ ਦਾ। ਇਹ ਆਪਸੀ ਕਲੈਸ਼ ਵੀ ਹੋ ਸਕਦਾ, ਸਭ ਕੁਝ ਹੋ ਸਕਦਾ, ਲੇਕਿਨ ਬਿਨਾਂ ਕਿਸੇ ਜਾਂਚ ਤੋਂ ਐਸਜੀਪੀਸੀ ਜਿਹੜੀ ਆ ਸਿੱਖਾਂ ਨੂੰ ਬਦਨਾਮ ਕਰਨ ਦਾ ਆਰੋਪ ਲਗਾ ਰਹੀ ਹੈ। ਸਿੱਖਾਂ ਨੂੰ ਬਦਨਾਮ ਕੋਈ ਨਹੀਂ ਕਰ ਰਿਹਾ, ਸਿੱਖਾਂ ਨੂੰ ਬਦਨਾਮ ਕਰ ਰਿਹਾ। ਤੁਹਾਨੂੰ ਉਹਨਾਂ ਦਾ ਪੁਆਇੰਟ ਇਹ ਹੈ ਅਰੋੜਾ ਜੀ, ਉਹਨਾਂ ਦਾ ਪੁਆਇੰਟ ਇਹ ਹੈ ਕਿ ਪੂਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ। ਤੁਹਾਨੂੰ ਲੱਗ ਰਿਹਾ ਨਹੀਂ ਕੀਤਾ ਜਾ ਰਿਹਾ? ਨਹੀਂ, ਟਾਰਗੇਟ ਕੌਣ ਕਰ ਰਿਹਾ? ਕਿੱਥੇ ਕੋਈ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਸਿੱਖਾਂ ਦੇ ਖਿਲਾਫ? ਕਿਸੇ ਕੋਈ ਮਿਨਿਸਟਰ ਦਾ, ਕੈਬਨਿਟ ਮਿਨਿਸਟਰ ਦਾ ਬਿਆਨ ਆਇਆ? ਕੋਈ ਇੱਕ ਬਿਆਨ ਦੱਸ ਦੇ। ਜਦ ਕਿ ਇਹਨਾਂ ਨੂੰ ਅੱਜ ਮਤਾ ਪਾਸ ਕਰਨਾ ਚਾਹੀਦਾ ਸੀ ਜਿਹੜਾ ਕੈਨੇਡਾ ਦੇ ਵਿੱਚ ਉਹਨਾਂ ਨੇ ਉੱਥੋਂ ਦੇ ਹਿੰਦੂਆਂ ਨੂੰ ਸੁਰੱਖਿਅਤ ਕੀਤਾ। ਠੀਕ ਹੈ, ਇਹਨਾਂ ਨੂੰ ਚਾਹੀਦਾ ਸੀ ਕਿ ਸਾਰੇ ਮਿਲ ਕੇ ਰਹਿਣ, ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਤੁਸੀਂ ਦੇਖੋ, ਉਹਨਾਂ ਦੇ ਸੰਸਦ ਦੇ ਚੰਦਨ ਆਰਿਆ ਨੇ ਅੱਜ ਇਹ ਗੱਲ ਕਹੀ ਕਿ ਹਿੰਦੂ ਜਿਹੜੇ ਆ ਉੱਥੋਂ ਦੇ ਡਰੇ ਮਹਿਸੂਸ ਕਰ ਰਹੇ ਆ, ਬਲਕਿ ਜਿਹੜਾ ਸਿੱਖ ਭਾਈਚਾਰਾ ਵੀ ਉੱਥੇ ਰਹਿ ਰਿਹਾ ਕੈਨੇਡਾ ਦੇ ਵਿੱਚ ਜੀ, ਉਹ ਵੀ 90% 95% ਜਿਹੜਾ ਉਹ ਡਰਿਆ ਹੋਇਆ, ਸਹਿਮਿਆ ਹੋਇਆ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਹਾਡਾ ਪੁਆਇੰਟ ਆ ਗਿਆ ਸਰ। ਖਾਲਿਸਤਾਨੀ, ਠੀਕ ਹੈ, ਦੇਖੋ ਆਪਾਂ ਇਸ ਡਿਬੇਟ ਨੂੰ ਜਾਂ ਇਸ ਸਮੇਂ ਪੰਜਾਬ ਦੇ ਵਿੱਚ ਕੋਈ ਹਿੰਦੂ ਸਿੱਖ ਵਾਲੀ ਕੋਈ ਸਿਚੁਏਸ਼ਨ ਨਹੀਂ ਹੈ, ਰੱਬ ਕਰੇ ਕਦੇ ਹੋਵੇ ਵੀ ਨਾ, ਇਨਫੈਕਟ ਪਹਿਲਾਂ ਵੀ ਕਦੇ ਨਹੀਂ ਸੀ, ਪਰ ਆਪਾਂ ਇੱਥੇ ਚਰਚਾ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਪਿੱਛੇ ਵਜ੍ਹਾ ਕੀ ਹੈ।
ਆਖਿਰ ਕਿਉਂ ਇਸ ਤਰੀਕੇ ਨਾਲ, ਜੇ ਐਸਜੀਪੀਸੀ ਨੂੰ ਲੱਗ ਰਿਹਾ ਤਾਂ ਕਿਉਂ ਲੱਗ ਰਿਹਾ? ਆਪਾਂ ਉਹੀ ਜਾਣਨ ਦੀ ਔਰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਵਿਜੇ ਭਾਰਦਵਾਜ ਜੀ ਦਾ ਰੁਖ ਕਰਦਾ। ਭਾਰਦਵਾਜ ਜੀ, ਇੱਕ ਸਟੇਟਮੈਂਟ ਐਸਜੀਪੀਸੀ ਦੀ ਔਰ ਇੱਕ ਸਟੇਟਮੈਂਟ ਜਸਟਿਨ ਟਰੂਡੋ ਦੇ ਪਾਰਟੀ ਦੇ ਇੱਕ ਐਮਪੀ ਦੀ, ਤੁਸੀਂ ਕਿਵੇਂ ਦੇਖ ਰਹੇ ਹੋ ਕਿ ਵਾਕਈ ਹੀ ਹਿੰਦੂ ਕਮਿਊਨਿਟੀ ਨੂੰ ਕੈਨੇਡਾ ਦੇ ਵਿੱਚ ਕੋਈ ਡਰ ਜਾਂ ਕੋਈ ਇਸ ਸਮੇਂ ਭੈ ਵਾਲੀ ਸਥਿਤੀ ਨਜ਼ਰ ਆ ਰਹੀ ਹੈ? ਜਿਸ ਤਰ੍ਹਾਂ ਤੁਸੀਂ ਇੱਕ ਗੱਲ ਕਹੀ ਸੀਗੀ ਕਿ ਨਾਲੇ ਐਸਜੀਪੀਸੀ ਵਾਲੇ ਗੱਲ ਕਹਿੰਦੇ ਪਏ ਹੈ ਵੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਗੱਲ ਕਹੀ ਹੈ ਜੀ ਹਿੰਦੁਸਤਾਨ ਦੇ ਖਿਲਾਫ, ਭਾਰਤ ਦੇ ਖਿਲਾਫ। ਜਸਟਿਨ ਟਰੂਡੋ ਨੇ ਇਹ ਗੱਲ ਨਹੀਂ ਕਹੀ। ਜਸਟਿਨ ਟਰੂਡੋ ਦੇ ਕੋਲੋਂ ਗੱਲ ਕੁਹਾਈ ਗਈ ਹੈ। ਉਹ ਗੱਲ ਕਿਹਨੇ ਕੁਹਾਈ ਹੈ ਉਹ ਸਾਰੇ ਚੰਗੀ ਤਰ੍ਹਾਂ ਜਾਣਦੇ ਹੈ ਕਿ ਉੱਥੋਂ ਜਸਟਿਨ ਟਰੂਡੋ ਦੀ ਜਿਹੜੀ ਸਰਕਾਰ ਹੈ ਉਹ ਅਲਪਮਤ ਸਰਕਾਰ ਹੈ, ਔਰ ਉਹ ਅਲਪਮਤ ਸਰਕਾਰ ਨੂੰ ਜਿਹੜੇ ਸਪੋਰਟ ਕਰਨ ਵਾਲੇ ਹੈ ਉਹ ਸਾਰੇ ਖਾਲਿਸਤਾਨੀ ਸਮਰਥਕ ਹੈ, ਜਿਹੜੇ ਖਾਲਿਸਤਾਨ ਨੂੰ ਕੈਨੇਡਾ ਦੇ ਵਿੱਚ ਸਮਰਥਨ ਕਰਦੇ ਪਏ ਹੈ। ਉਹਨਾਂ ਨੇ ਜਸਟਿਨ ਟਰੂਡੋ ਨੂੰ ਬਲੈਕਮੇਲ ਕਰਕੇ ਉਹਦੇ ਕੋਲੋਂ ਇਹ ਸਟੇਟਮੈਂਟ ਦਵਾਈ ਹੈ। ਨੰਬਰ 2 ਜੀ, ਜਿਹੜੀ ਗੱਲ ਐਸਜੀਪੀਸੀ ਨੇ ਕਹੀ ਹੈ, ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਕਿ ਐਸਜੀਪੀਸੀ ਵਰਗੀ ਇੱਕ ਸਿੱਖਾਂ ਦੀ ਸੰਸਥਾ ਜਿਹੜੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ, ਗੁਰਦੁਆਰਿਆਂ ਨੂੰ ਰਿਪਰੈਜ਼ੈਂਟ ਕਰਦੀ ਹੈ, ਔਰ ਉਹ ਸਪੋਕਸਪਰਸਨ ਬਣਦੀ ਪਈ ਹੈ ਖਾਲਿਸਤਾਨੀਆਂ ਦਾ। ਕਿਉਂਕਿ ਇਹਨਾਂ ਦੀ ਜਿਹੜੀ ਸਪੋਕਸਪਰਸਨ ਜਿਸ ਤਰੀਕੇ ਨਾਲ ਇਹਨਾਂ ਨੇ ਮਤਾ ਪਾਸ ਕੀਤਾ ਜੀ, ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜਸਟਿਨ ਟਰੂਡੋ ਨੂੰ ਗ੍ਰੀਨ ਸਿਗਨਲ ਦਿੱਤਾ, ਔਰ ਉਹਦਾ ਜਿਹੜਾ ਖਮਿਆਜਾ ਜਿਹੜਾ ਹੈ ਉਹ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕਹਿ ਰਹੇ ਸੀਗੇ ਪੰਜਾਬ ਦੀ ਜਿਹੜੇ ਹਾਲਾਤ ਹੈ। ਮੈਂ ਇਹ ਦੱਸਣਾ ਚਾਹੁੰਦਾ ਕਿ ਸਿੱਖਾਂ ਔਰ ਹਿੰਦੂਆਂ ਦਾ ਕਿਤੇ ਵੀ ਕੋਈ ਰੋਲਾ ਨਹੀਂ ਹੈ, ਨਾ ਕੈਨੇਡਾ ਦੇ ਵਿੱਚ ਹੈ ਨਾ ਕਿਤੇ ਹੈ। ਪਰ ਰੋਲਾ ਪਿਆ ਕਿੱਥੇ? ਜਿਸਲੇ ਇਹ ਮਾਮਲਾ ਉੱਠਿਆ ਕੈਨੇਡਾ ਦੇ ਵਿੱਚ, ਇਹ ਮਾਮਲਾ ਉੱਠਿਆ, ਉਹਦੇ ਫਾਇਦਾ ਉਠਾ ਕੇ ਪੰਨੂ ਵਰਗੇ ਬੰਦੇ ਆਂਦੇ ਆ ਜੀ। ਪੰਨੂ ਵਰਗੇ ਬੰਦੇ ਅਨਾਉਂਸ ਕਰਦੇ ਆ ਵੀ ਇੱਥੋਂ ਹਿੰਦੂਓ ਭੱਜ ਜਾਓ, ਅਸੀਂ ਤੁਹਾਨੂੰ ਕੈਨੇਡਾ ਚੋਂ ਕੱਢ ਦੇਣਾ। ਔਰ ਇਹੋ ਜਿਹੇ ਬੰਦੇ ਦੀ ਚਾਹੀਦਾ ਕੀ ਸੀਗਾ? ਐਸਜੀਪੀਸੀ ਨੂੰ ਕੀ ਚਾਹੀਦਾ ਸੀਗਾ? ਐਸਜੀਪੀਸੀ ਨੂੰ ਸਭ ਤੋਂ ਪਹਿਲਾਂ ਉਹਦੀ ਨਿਖੇਧੀ ਕਰਨੀ ਚਾਹੀਦੀ ਸੀਗੀ ਜੀ ਵੀ ਤੂੰ ਇਹੋ ਜਿਹੀ ਸਟੇਟਮੈਂਟ ਸਿੱਖ ਹੋ ਕੇ ਤੂੰ ਇਹੋ ਜਿਹੀ ਸਟੇਟਮੈਂਟ ਦਿੰਦਾ। ਜੇ ਉਹ ਸਿੱਖ ਹੈ ਤੇ ਇਹਨਾਂ ਨੂੰ ਉਹਦੀ ਨਿਖੇਧੀ ਕਰਨੀ ਚਾਹੀਦੀ ਸੀਗੀ। ਠੀਕ ਹੈ। ਨੰਬਰ 2 ਜੀ, ਜਿਹੜਾ ਆਪਣਾ ਨਿੱਜਰ ਮਾਰਿਆ ਗਿਆ, ਨਿੱਜਰ ਜਿਹੜਾ ਮਾਰਿਆ ਗਿਆ ਉਹ ਹਿੰਦੁਸਤਾਨ ਦੇ ਵਿੱਚ 6 ਕਤਲ ਕਰਕੇ ਗਿਆ ਹੋਇਆ। ਔਰ ਜਿਸ ਬੰਦੇ ਨੂੰ ਰਵੀ ਸ਼ਰਮਾ ਨੂੰ ਇਹਨੇ ਕਤਲ ਕੀਤਾ, ਮਾਰਿਆ, ਉਹਦੇ ਹੀ ਪਾਸਪੋਰਟ ਦੇ ਉੱਤੇ ਨਾਮ ਬਦਲ ਕੇ ਇਹ ਕੈਨੇਡਾ ਚਲਾ ਗਿਆ। ਔਰ ਕਿਸ ਤਰੀਕੇ ਨਾਲ ਕੈਨੇਡਾ ਗਿਆ ਔਰ ਕਿਸ ਤਰੀਕੇ ਨਾਲ। ਭਾਰਦਵਾਜ ਜੀ, ਮੈਂ ਇੱਕ ਬਹੁਤ ਸਿੱਧਾ ਸਵਾਲ ਪੁੱਛ ਰਿਹਾ, ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਟੇਟਮੈਂਟਸ ਹੁਣ ਤੱਕ ਇੰਡੀਅਨ ਗਵਰਨਮੈਂਟ ਦੇ ਵੱਲੋਂ ਦਿੱਤੀਆਂ ਗਈਆਂ ਨੇ ਉਹ ਕਾਫੀ ਨੇ, ਸੰਤੁਸ਼ਟੀ ਹੈ ਉਸ ਦੇ ਨਾਲ? ਕਿਉਂਕਿ ਐਸਜੀਪੀਸੀ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਦਿੰਦੇ ਨੇ ਤੇ ਇੱਥੋਂ ਦੇ ਐਮਏ ਦੇ ਸਪੋਕਸਪਰਸਨ ਦਿੰਦੇ ਨੇ, ਤਾਂ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦੀ ਜ਼ਿਆਦਾ ਵਜ਼ਨਦਾਰ ਜਿਹੜੀ ਤਕਰੀਰ ਸੀ ਪੂਰੀ। ਤੁਹਾਨੂੰ ਲੱਗਦਾ ਕਿ ਹੁਣ ਤੱਕ ਜੋ ਇੰਡੀਅਨ ਗਵਰਨਮੈਂਟ ਦੇ ਵੱਲੋਂ ਜਾਂ ਉਹਨਾਂ ਦੇ ਬੁਲਾਰਿਆਂ ਦੇ ਵੱਲੋਂ ਕਿਹਾ ਗਿਆ ਉਹ ਤਸੱਲੀ ਬਖਸ਼ ਹੈ, ਉਹ ਸੰਤੁਸ਼ਟ ਹੈ ਤੁਸੀਂ ਉਸ ਦੇ ਨਾਲ ਕਿ ਹਾਂ ਠੀਕ ਹੈ ਇੰਡੀਅਨ ਗਵਰਨਮੈਂਟ ਨੇ ਜੋ ਬਿਆਨ ਦੇ ਦਿੱਤਾ ਉਸ ਦੇ ਨਾਲ ਸੰਤੁਸ਼ਟ ਹਾਂ ਅਸੀਂ? ਨਹੀਂ, ਜਿਹੜੀ ਮੈਂ ਗੱਲ ਸਟਾਰਟਿੰਗ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਸਟਿਨ ਟਰੂਡੋ ਦਾ ਬਿਆਨ ਨਹੀਂ ਹੈ, ਜਸਟਿਨ ਟਰੂਡੋ ਨੂੰ ਬਲੈਕਮੇਲਿੰਗ ਕਰਨ ਵਾਲੇ ਖਾਲਿਸਤਾਨੀਆਂ ਦਾ ਬਿਆਨ ਹੈ। ਉਹਨਾਂ ਨੇ ਉਹਨਾਂ ਕੋਲ ਬਿਆਨ ਦਵਾਇਆ। ਨੰਬਰ 2, ਸਾਡੇ ਹਿੰਦੁਸਤਾਨ ਦੀ ਸਰਕਾਰ ਨੇ, ਭਾਰਤ ਸਰਕਾਰ ਦੀ ਸਰਕਾਰ ਨੇ ਬਿਲਕੁਲ ਉਹਦਾ ਢੁਕਵਾਂ ਜਵਾਬ ਦਿੱਤਾ ਜੋ ਉਹਨਾਂ ਨੇ ਕੰਮ ਕੀਤਾ। ਅਸੀਂ ਅੱਜ ਵੀ ਸਾਨੂੰ ਸਭ ਤੋਂ ਵੱਡੀ ਚਿੰਤਾ ਕੀ ਲੱਗੀ, ਅਸੀਂ ਆਪਣੇ ਸ਼੍ਰੀ ਹਿੰਦੂ ਤਖਤ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਸਾਨੂੰ ਆਪਣੇ ਹਿੰਦੂ ਬੱਚਿਆਂ ਦੀ ਚਿੰਤਾ ਲੱਗੀ। 10 ਲੱਖ ਪਰਿਵਾਰ ਸਾਡੇ ਹਿੰਦੂਆਂ ਦਾ ਉੱਥੇ ਬੈਠਾ ਹੋਇਆ, ਔਰ ਜਿਸ ਤਰ੍ਹਾਂ ਦੀ ਉੱਥੇ ਧਮਕੀਆਂ ਮਿਲਦੀਆਂ ਪਈਆਂ, ਅਸੀਂ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਲੈਟਰ ਪਾਈ ਹੈ। ਉਹਨੂੰ ਅਸੀਂ ਯੂਨਾਈਟਿਡ ਨੇਸ਼ਨ ਨੂੰ ਇਹ ਗੱਲ ਕਹੀ ਹੈ ਕਿਉਂਕਿ ਇਹ ਮਾਮਲਾ ਇੰਟਰਨੈਸ਼ਨਲ ਮਾਮਲਾ ਹੈ। ਔਰ ਨੰਬਰ 2, ਸਾਨੂੰ ਇਹ ਚਿੰਤਾ ਇਹ ਲੱਗੀ ਹੋਈ ਹੈ ਕਿ ਜਸਟਿਨ ਟਰੂਡੋ ਜਿਹੜਾ ਹੈ ਉਹ ਕਠਪੁਤਲੀ ਹੈ ਖਾਲਿਸਤਾਨੀਆਂ ਦਾ। ਖਾਲਿਸਤਾਨੀਆਂ ਦੇ ਹੱਥ ਦੀ ਕਠਪੁਤਲੀ ਹੁੰਦੀ, ਉਹਨਾਂ ਦੀ ਸਪੋਰਟ ਦੇ ਨਾਲ ਸਰਕਾਰ ਚੱਲਦੀ ਪਈ ਹੈ। ਸਾਨੂੰ ਹਿੰਦੂਆਂ ਨੂੰ ਉਹਦੇ ਕੋਲੋਂ ਇਨਸਾਫ ਦੀ ਲੋੜ ਮਤਲਬ ਉਮੀਦ ਨਹੀਂ ਹੈ। ਠੀਕ ਹੈ ਸਰ, ਤੁਹਾਡਾ ਪੁਆਇੰਟ ਆ ਗਿਆ ਸਰ। ਆਪਾਂ ਚਰਚਾ ਨੂੰ ਅੱਗੇ ਵਧਾਈਏ। ਮੈਂ ਰੁਕ ਕਰਦਾ ਇੱਕ ਵਾਰ, ਨੇਸ਼ਨ ਨੂੰ ਉਹਦੇ ਉੱਤੇ ਕਾਰਵਾਈ ਕਰਨੀ। ਸਰ ਤੁਹਾਡੀ ਗੱਲ ਆ ਗਈ। ਮੈਂ ਮਨਜੀਤ ਸਿੰਘ ਜੀ ਦਾ ਇੱਕ ਵਾਰੀ ਰੁਕ ਕਰਨਾ। ਮਨਜੀਤ ਸਿੰਘ ਜੀ, 2 ਪੁਆਇੰਟਸ ਨੇ। ਇੱਕ ਤਾਂ ਜਦੋਂ ਅਸੀਂ ਆਪਣੀ ਰਿਪੋਰਟ ਅੱਜ ਦੀ ਦਿਖਾਈ ਹੈ ਤਾਂ ਉਸ ਦੇ ਵਿੱਚ ਗੁਰਚਰਨ ਗਰੇਵਾਲ ਤੁਹਾਡੇ ਜਨਰਲ ਸਕੱਤਰ ਨੇ ਐਸਜੀਪੀਸੀ ਦੇ, ਉਹ ਕਹਿੰਦੇ ਕਿ ਏਜੰਡਾ ਲੱਗ ਰਿਹਾ ਹੈ
ਤਾਂ ਏਜੰਡਾ ਕੀ ਸਿਰਫ ਭਾਰਤ ਵਾਲੇ ਪਾਸੇ ਤੋਂ ਲੱਗ ਰਿਹਾ? ਏਜੰਡਾ ਤਾਂ ਟਰੂਡੋ ਦਾ ਵੀ ਹੋ ਸਕਦਾ ਹੈ। ਭਾਰਦਵਾਜ ਜੀ ਸਾਡੇ ਨਾਲ ਬੈਠੇ ਨੇ, ਉਹ ਇਹ ਜ਼ਿਕਰ ਕਰ ਰਹੇ ਨੇ ਕਿ ਐਨਡੀਪੀ ਦੇ ਜਗਮੀਤ ਸਿੰਘ ਉਹਨਾਂ ਦੀ ਸਮਰਥਨ ਦੇ ਨਾਲ ਪੂਰੀ ਸਰਕਾਰ ਬਣੀ ਹੋਈ ਹੈ ਤੇ ਇਸ ਕਰਕੇ ਟਰੂਡੋ ਨੂੰ ਇਹ ਪਾਰਲੀਮੈਂਟ ਦੇ ਵਿੱਚ ਬਿਆਨ ਦੇਣਾ ਪਿਆ। ਪੋਲਿਟਿਕਸ ਸਰ ਇੱਥੇ ਤਾਂ ਉੱਥੇ ਵੀ ਹੈ, ਹਰ ਜਗ੍ਹਾ ਹੁੰਦੀ ਹੈ। ਤੇ ਦੂਜਾ ਮੇਰਾ ਸਵਾਲ ਹੁਣ ਵੀ ਸਟੈਂਡ ਕਰ ਰਿਹਾ ਹੈ ਕਿ ਤੁਹਾਨੂੰ ਕਿਹੜੇ ਪੁਆਇੰਟ ਤੇ ਲੱਗ ਰਿਹਾ ਹੈ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ? ਸਮਝਾਓ ਲੋਕਾਂ ਨੂੰ, ਕਿਉਂਕਿ ਇੱਥੇ ਪੰਨੂ ਦਾ ਜ਼ਿਕਰ ਹੁੰਦਾ, ਇੱਥੇ ਨਿੱਜਰ ਦਾ ਜ਼ਿਕਰ ਹੁੰਦਾ, ਇੱਥੇ ਉਹਨਾਂ ਵੱਖਵਾਦੀਆਂ ਦਾ ਜ਼ਿਕਰ ਹੁੰਦਾ ਜੋ ਦੇਸ਼ ਤੋੜਨ ਦਾ ਜ਼ਿਕਰ ਕਰਦੇ ਨੇ, ਪਰ ਹੋਰ ਕਿਸੇ ਸਿੱਖ ਭਾਈਚਾਰੇ ਦੇ ਕਿਸੇ ਨੁਮਾਇੰਦੇ ਦਾ, ਕਿਸੇ ਦਾ ਕੋਈ ਜ਼ਿਕਰ ਨਹੀਂ ਹੈ। ਕਿਸੇ ਨੂੰ ਕੋਈ ਟਾਰਗੇਟ ਕਰਨ ਵਾਲਾ ਬਿਆਨ ਨਹੀਂ ਹੈ, ਪੂਰੀ ਕੌਮ ਨੂੰ ਕੋਈ ਟਾਰਗੇਟ ਕਰਨ ਵਾਲਾ ਬਿਆਨ ਨਹੀਂ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਸ਼ੁਕਲਾ ਜੀ ਜੀ, ਭਾਰਦਵਾਜ ਜੀ ਨੇ ਬੜੀ ਵਧੀਆ ਗੱਲ ਕੀਤੀ ਵੀ ਹਿੰਦੂ ਸਿੱਖਾਂ ਦਾ ਕੋਈ ਮਸਲਾ ਨਹੀਂ ਹੈਗਾ, ਚੰਗੀ ਗੱਲ ਆ। ਕੈਨੇਡਾ ਦੇ ਵਿੱਚ ਜਗਜੀਤ ਸਿੰਘ ਨੇ ਬਿਆਨ ਦਿੱਤਾ ਵੀ ਇੱਥੇ ਹਿੰਦੂ ਵੀਰਾਂ ਨੂੰ ਕੋਈ ਖਤਰਾ ਨਹੀਂ ਹੈਗਾ, ਔਰ ਕੋਈ ਖਤਰਾ ਵੀ ਨਹੀਂਗਾ। ਕਿਉਂ? ਉਹ ਵੀ ਸਾਡੇ ਭਰਾ ਨੇ, ਔਰ ਅਸੀਂ ਰਲ ਮਿਲ ਕੇ ਸਾਡੀਆਂ ਸਾਂਝਾਂ ਨੇ, ਇੱਥੇ ਇਕੱਠੇ ਅਸੀਂ ਰਹਿੰਦੇ ਆ, ਸਾਡੇ ਵਿਆਹ ਸ਼ਾਦੀਆਂ ਇਕੱਠੇ ਆ, ਸਾਡਾ ਸਾਰਾ ਕੁਝ ਇਕੱਠਾ। ਪਰ ਜਦੋਂ ਇਲੈਕਸ਼ਨ ਆ ਜਾਂਦੀ ਹੈ, ਜਦੋਂ ਇਲੈਕਸ਼ਨ ਹਿੰਦੁਸਤਾਨ ਦੀ ਆ ਜਾਂਦੀ ਹੈ, ਉਦੋਂ ਇੰਦਰਾ ਗਾਂਧੀ ਨੇ ਵੀ ਇਹੋ ਜਿਹਾ ਨੈਰੇਟਿਵ ਸਿਰਜ ਕੇ ਦਰਬਾਰ ਸਾਹਿਬ ਤੇ ਹਮਲਾ ਕਰਤਾ, ਔਰ ਸਾਡੇ ਹਮਲਾ ਕਰਕੇ ਉਹਨੇ ਆਪਣੇ ਦਰਬਾਰ ਸਾਹਿਬ ਦੇ ਉੱਤੇ ਤੇ 400 ਭਾਵੇਂ ਉਹ ਨਹੀਂ ਰਹੇ ਕਿਉਂਕਿ ਜੋ ਜਾਲ ਬੁਣਿਆ ਸੀ ਉਹ ਵੀ ਚਲੇ ਗਏ, ਲੇਕਿਨ ਬਾਅਦ ਵਿੱਚ ਜਿਹੜੇ ਰਾਜੀਵ ਗਾਂਧੀ ਸੀ ਉਹਨਾਂ ਨੂੰ 400 ਤੇ ਕੁਝ ਵੋਟਾਂ ਜਿਹੜੀਆਂ ਪਾਰਲੀਮੈਂਟ ਦੀਆਂ ਮਿਲੀਆਂ। ਉਹੀ ਨੈਰੇਟਿਵ ਇੱਥੇ ਹੁਣ ਸਿਰਜਿਆ ਜਾ ਰਿਹਾ। ਕਿਉਂ ਸਿਰਜ ਰਿਹਾ ਜੀ ਇਹੋ ਜਿਹਾ ਨੈਰੇਟਿਵ? ਤੁਸੀਂ ਵੋਟਾਂ ਲੈਣੀਆਂ, ਤੁਸੀਂ ਵਿਕਾਸ ਤੇ ਲਓ, ਤੁਸੀਂ ਵੋਟਾਂ ਲੈਣੀਆਂ ਉਹਦੇ ਕੰਮ ਤੇ ਲਓ, ਤੁਸੀਂ ਵੋਟਾਂ ਲੈਣੀਆਂ ਤੇ ਤੁਸੀਂ ਹੋਰ ਕਈ 100 ਮੁੱਦੇ ਨੇ, ਆਰਥਿਕ ਮੁੱਦੇ ਨੇ, ਹੋਰ ਮੁੱਦੇ ਆ, ਤੁਸੀਂ ਇਸ ਮੁੱਦੇ ਤੇ ਕਿਉਂ ਵੋਟਾਂ ਲੈਂਦੇ ਵੀ ਅਸੀਂ ਕਮਿਊਨਿਟੀ ਨੂੰ ਕੁੱਟ ਕੇ ਤੇ ਬਹੁਗਿਣਤੀ ਦੀਆਂ ਵੋਟਾਂ ਲੈਣੀਆਂ? ਕਿਉਂ ਤੁਸੀਂ ਇਹ ਸਾਰੀ ਪੰਨੂ ਨੇ ਠੀਕ ਹੈ ਜੇ ਕੋਈ ਗੱਲ ਕੀਤੀ ਆ ਤਾਂ ਉਹਦੀ ਜਾਇਦਾਦ ਜ਼ਬਤ ਹੋਈ ਇੱਥੇ ਅਨੁਸਾਰ ਕਰੋ, ਕਿਸੇ ਨੂੰ ਮਾਰਨ ਦਾ ਕੋਈ ਹੱਕ ਨਹੀਂਗਾ। ਇੱਥੇ ਬਾਬਾ ਬਗਵੇਸ਼ਵਰ ਰਾਓ ਆ, ਇਹਨਾਂ ਨੇ ਇੱਕ ਗੱਲ ਕਹੀ ਆ ਵੀ ਇਹਨਾਂ ਨੂੰ ਇਹ ਮਤਾ ਪਾ, ਬਾਬਾ ਬਗਵੇਸ਼ਵਰ ਰਾਓ ਉਹ ਕਹਿੰਦੇ ਆ ਵੀ ਇਹ ਹਿੰਦੂ ਰਾਸ਼ਟਰ ਅਸੀਂ ਬਣਾਉਣਾ ਹੈ, ਇਹਨਾਂ ਨੂੰ ਉਹਨੂੰ ਆਪਦੀ ਕਮਿਊਨਿਟੀ ਚੋਂ ਕੱਢਤਾ। ਇੱਥੇ ਐਮਐਲਏ ਆ ਆਪਣੇ ਹਰਿਆਣੇ ਦਾ ਜਿਹੜਾ ਹੈਗਾ ਹੈ ਆਪਣੇ ਗੋਸਲ, ਉਹ ਇਹੋ ਜਿਹੀਆਂ ਗੱਲਾਂ ਕਰਦਾ ਹੈ, ਕਦੀ ਇਹਨਾਂ ਨੇ ਉਹਨਾਂ ਦੇ ਖਿਲਾਫ ਕੋਈ ਮਤਾ ਪਾਸ ਕੀਤਾ? ਉਹਨੂੰ ਤੇ ਕਹਿੰਦੇ ਨਹੀਂ ਕਿ ਇਹੋ ਜਿਹੀ ਗੱਲ, ਜੇ ਕੋਈ ਇਹੋ ਜਿਹੀ ਗੱਲ ਕਰਦੇ ਉਹ ਤੇ ਕਾਨੂੰਨੀ ਕਾਰਵਾਈ ਕਰੋ, ਮਾਰਦਾ ਕਿਸੇ ਨੂੰ ਕੋਈ ਹੱਕ ਨਹੀਂ। ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਜੇ ਕੱਲ ਨੂੰ ਕਿਸੇ ਨੂੰ ਹੋਰ ਹਿੰਦੂ ਵੀਰ ਨੂੰ ਵੀ ਇਸ ਤਰ੍ਹਾਂ ਮਾਰੂਗਾ ਉਹਦੇ ਵੀ ਖਿਲਾਫ ਖਲੋਵਾਂਗੇ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਵਿੱਚ ਜਾ ਕੇ ਜਦੋਂ ਮਨਜੀਤ ਜੀ ਮੇਰਾ ਸਵਾਲ ਹੁਣ ਵੀ ਸਟੈਂਡ ਕਰਦਾ ਸਰ। ਮੈਂ ਤਾਂ ਦੇਖੋ ਜਗਮੀਤ ਸਿੰਘ ਦੇ ਸਟੇਟਮੈਂਟ ਦਾ ਤੁਸੀਂ ਜ਼ਿਕਰ ਕਰ ਦਿੱਤਾ, ਮੇਰੀ ਗੱਲ ਸੁਣ ਲਓ ਧਿਆਨ ਨਾਲ। ਦੇਖੋ ਹਜੇ ਵੀ ਸਵਾਲ ਸਟੈਂਡ ਕਰਦਾ ਸਰ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ? ਇਹ ਸਮਝਾ ਦਿਓ। ਤੁਸੀਂ ਮਤੇ ਦਾ ਜ਼ਿਕਰ ਕਰ ਰਹੇ ਹੋ, ਅਰੋੜਾ ਜੀ ਸਾਡੇ ਨਾਲ ਬੈਠੇ ਨੇ ਬੀਜੇਪੀ ਦੇ, ਉਹ ਵਾਰ-ਵਾਰ ਕਹੀ ਜਾਂਦੇ ਨੇ, ਕਹਿੰਦੇ ਤੁਸੀਂ ਮਤਾ ਪੰਨੂ ਦੇ ਖਿਲਾਫ ਨਹੀਂ ਲੈ ਕੇ ਆਏ, ਤੁਸੀਂ ਉਹਨਾਂ ਦੇ ਖਿਲਾਫ ਨਹੀਂ ਲੈ ਕੇ ਆਏ ਜਿਹੜੇ ਕਿਸੇ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਦਾ ਜ਼ਿਕਰ ਕਰਦੇ ਨੇ। ਠੀਕ ਹੈ, ਮੈਂ ਸ਼ੁਕਲਾ ਜੀ ਕਹਿਣਾ, ਮੇਰੀ ਵੀ ਗੱਲ ਸੁਣੋ, ਮੈਂ ਕਹਿਣਾ ਵੀ ਇਹ ਜਿਹੜਾ ਬਾਬਾ ਬਗਵੇਸ਼ਵਰ ਰਾਏ ਉਹਦੇ ਖਿਲਾਫ ਕਿਉਂ ਨਹੀਂ ਮਤਾ ਲੈ ਕੇ ਆਏ ਜੀ? ਇਹ ਜਿਹੜਾ ਐਮਐਲਏ ਗੌਸਲ ਉਹਦੇ ਖਿਲਾਫ ਨਹੀਂ ਮਤਾ ਲੈ ਕੇ ਆਏ? ਠੀਕ ਹੈ, ਮੈਂ ਸਵਾਲ ਕਰਾਂਗਾ ਸਰ। ਬਾਗੇਸ਼ਵਰ ਧਾਮ ਵਾਲੇ ਬਾਬਾ ਦਾ ਬਹੁਤ ਜ਼ਿਕਰ ਆਪਾਂ ਲਗਾਤਾਰ ਪੰਜਾਬ 'ਚ ਕਰ ਰਹੇ ਹਾਂ ਜੀ। ਤੁਸੀਂ ਆਪਣੇ ਵਾਲੇ ਪਾਸੇ ਦਾ ਜਵਾਬ ਦੇ ਦਿਓ। ਮੈਂ ਅਮਿਤ ਅਰੋੜਾ ਜੀ ਨੂੰ ਸਿੱਧਾ ਸਵਾਲ ਪੁੱਛਾਂਗਾ ਕਿ ਜੇ ਖਾਲਿਸਤਾਨ ਨੂੰ ਲੈ ਕੇ ਤੁਹਾਨੂੰ ਬਹੁਤ ਦਿੱਕਤ ਹੈਗੀ ਹੈ ਤਾਂ ਜਿਹੜੇ ਫਿਰ ਹਿੰਦੂ ਰਾਸ਼ਟਰ ਦਾ ਜ਼ਿਕਰ ਕਰਦੇ ਨੇ ਉਹਨਾਂ ਨੂੰ ਲੈ ਕੇ ਤੁਸੀਂ ਸਵਾਲ ਕਿਉਂ ਨਹੀਂ ਚੁੱਕਦੇ? ਮੈਂ ਉਹਨਾਂ ਨੂੰ ਸਵਾਲ ਕਰਦਾ, ਤੁਸੀਂ ਆਪਣੀ ਗੱਲ ਕੰਪਲੀਟ। ਦੇਖੋ ਮੈਂ ਵਾਰ-ਵਾਰ ਇਹ ਕਹਿ ਰਿਹਾ ਸਰ ਕਿ ਇੱਕ ਨੈਰੇਟਿਵ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਔਰ ਇੱਕ ਨੈਰੇਟਿਵ ਹੋਰ ਵੀ ਨਜ਼ਰ ਆ ਰਿਹਾ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਪੂਰੀ ਸਿੱਖ ਕਮਿਊਨਿਟੀ ਨੂੰ ਜਿਹੜਾ ਇਸ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ, ਇੱਕ ਇਹ ਵੀ ਨੈਰੇਟਿਵ ਨਜ਼ਰ ਆ ਰਿਹਾ। ਉਹ ਕਿਉਂ ਤੁਹਾਨੂੰ ਲੱਗਦਾ? ਉਸ ਦੇ ਉੱਪਰ ਜਵਾਬ ਦੇ ਦਿਓ। ਕਿਉਂ ਲੱਗਦਾ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ? ਇਹੋ ਹੀ ਬੇਨਤੀ ਕਰ, ਇਹੋ ਹੀ ਗੌਰਵ ਜੀ ਠੀਕ, ਉੱਥੇ ਕਤਲ ਹੋਇਆ ਨਿੱਜਰ ਦਾ ਜੀ, ਬਾਹਰ ਕਤਲ ਹੋ ਗਿਆ ਨਿੱਜਰ ਦਾ, ਠੀਕ ਹੈ ਨਾ, ਲੇਕਿਨ ਕੋਈ ਬੰਦਾ ਗੁਨਾਹਗਾਰ ਹੈ, ਕੋਈ ਬੰਦਾ ਗੁਨਾਹਗਾਰ ਹੈ, ਉਹਨੂੰ ਫੜ ਕੇ ਜੇਲ੍ਹ 'ਚ ਦੇ ਦਿਓ, ਉਹਦੀ ਜਾਇਦਾਦ ਜ਼ਬਤ ਕਰ ਲਓ, ਜੋ ਮਰਜ਼ੀ ਕਰ ਲਓ, ਲੇਕਿਨ ਕਿਸੇ ਬੰਦੇ ਨੂੰ ਮਾਰਨ ਦਾ ਕੋਈ ਅਧਿਕਾਰ ਨਹੀਂਗਾ। ਜਿਸ ਤਰ੍ਹਾਂ ਇੱਥੇ 84 ਤੋਂ ਬਾਅਦ ਮਤਲਬ ਤੁਸੀਂ ਕਹਿ ਰਹੇ ਹੋ ਕਿ ਏਜੰਸੀਆਂ ਨੇ ਕਤਲ ਕਰਵਾਇਆ, ਤੁਸੀਂ ਤਾਂ ਫਿਰ ਸਿੱਧਾ ਕਹਿ ਰਹੇ ਹੋ ਕਿ ਭਾਰਤੀ ਏਜੰਸੀਆਂ ਨੇ ਕਤਲ ਕਰਵਾਇਆ। ਮੈਂ ਥੋੜਾ ਕਹਿ ਰਿਹਾ, ਉਹਦਾ ਟਰੂਡੋ ਕਹਿ ਰਿਹਾ, ਔਰ ਉਥੋਂ ਦੇ ਪਾਰਲੀਮੈਂਟ ਕਹਿ ਰਹੀ ਆ ਇਹਨਾਂ ਨੇ ਕਰਾਇਆ। ਮੈਂ ਥੋੜਾ ਕਹਿ ਰਿਹਾ, ਮੈਂ ਤਾਂ ਕਹਿੰਦਾ ਨਹੀਂ, ਮੈਂ ਕਹਿੰਦਾ ਜੇ ਮੋਦੀ ਜੀ ਗੱਲ ਕੋਈ ਪਾਰਲੀਮੈਂਟ 'ਚ ਕਰਦੇ ਆ ਤੇ ਕਦੀ ਅਸੀਂ ਉਹਨੂੰ ਮੰਨ ਸਕਦੇ ਵੀ ਉਹ ਗਲਤ ਕਰਦੇ ਆ, ਉਹ ਸਹੀ ਕਰਨਗੇ।
ਤੋ ਇਸ ਕਰਕੇ ਉਹ ਗੱਲ ਦਾ ਜਵਾਬ ਦਿਓ, ਆਪਾਂ ਜਵਾਬ ਤਾਂ ਹੀ ਦਈਏ, ਆਪਾਂ ਉਹ ਗੱਲ ਤੇ ਪਰਦਾਪੋਸ਼ੀ ਨਾ ਕਰੀਏ ਵੀ ਆਪਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਵਾਸਤੇ ਆਪਾਂ ਸਾਰਿਆਂ ਨੂੰ ਫਿਰ ਸਰ ਟਾਰਗੇਟ ਆ ਗਿਆ। ਮੈਂ ਤਾਂ ਤੁਹਾਨੂੰ ਵਾਰ-ਵਾਰ ਸਵਾਲ ਪੁੱਛ ਰਿਹਾ ਹਾਂ ਕਿ ਟਾਰਗੇਟ ਕਿਵੇਂ ਕੀਤਾ ਗਿਆ, ਮੈਨੂੰ ਸਮਝਾ ਦਿਓ ਇਸ ਗੱਲ ਨੂੰ। ਪੂਰੀ ਡਿਬੇਟ ਇਸੇ ਪੁਆਇੰਟ ਦੇ ਉੱਤੇ ਨਿਕਲ ਜਾਣੀ ਹੈ, ਤੁਸੀਂ ਦੱਸ ਦਿਓ ਕਿ ਟਾਰਗੇਟ ਕਿਵੇਂ ਕੀਤਾ ਜਾ ਰਿਹਾ ਹੈ। ਪਾਰਲੀਮੈਂਟ ਦੀਆਂ ਚੋਣਾਂ ਕਰਕੇ ਮੈਂ ਤਾਂ ਕਹਿ ਰਿਹਾ, ਮੈਂ ਤਾਂ ਤੁਹਾਨੂੰ ਦੱਸ ਰਿਹਾ ਜੀ ਕਿ ਜਦੋਂ ਕਿਸੇ ਨੂੰ ਨਿਆਂ ਨਹੀਂ ਮਿਲੂਗਾ, ਆਪਾਂ ਸਾਰੀ ਕਮਿਊਨਿਟੀ ਨੂੰ ਕਹਿ ਰਹੇ ਆ ਵੀ ਇਹ ਤਾਂ ਖਾਲਿਸਤਾਨ ਮੰਗਦੇ ਆ ਜੀ ਸਾਡੇ, ਤਾਂ ਨਹੀਂ ਕਹਿ ਰਿਹਾ ਸਰ, ਕੌਣ ਕਹਿ ਰਿਹਾ? ਚਲੋ ਇੱਕ ਵਾਰੀ ਮੈਂ ਤੁਹਾਡੇ ਕੋਲ ਮੈਂ ਉਹੀ ਕਹਿ ਰਿਹਾ ਵਾਰ-ਵਾਰ ਉਸੇ ਪੁਆਇੰਟ ਦੇ ਉੱਤੇ ਕਿ ਕਿੱਥੋਂ ਸਟੇਟਮੈਂਟ ਆ ਗਈ। ਅਰੋੜਾ ਜੀ, ਅਰੋੜਾ